ਭਗਵੰਤ ਮਾਨ ਨੂੰ ਤੁਸੀਂ ਸਵੇਰੇ ਬਿਆਨ ਦਿੱਤਾ ਕਿ ਜਿਵੇਂ ਪਰਮਿੰਦਰ ਨੇ ਉਵੇਂ ਭਗਵੰਤ ਮਾਨ ਨੇ। ਇੱਥੋਂ ਤੱਕ ਉਹ ਕਹਿੰਦੇ ਰਹੇ ਕਿ ਢੀਂਡਸੇ ਮਾਂਚ ਤੇ ਇਹੋ ਜਿਹੇ ਸ਼ਬਦ ਉਹ ਵਰਤਦੇ ਰਹੇ ਹੈ। ਤੇ ਆਏ ਜਦੋਂ ਰੈਲੀ ਕੀਤੀ ਬਾਦਲ ਸਾਹਿਬ ਨੇ ਕਿਹਾ ਕਿ ਢੀਂਡਸਾ ਸਾਹਿਬ ਜੇ ਹਾਰ ਕੇ ਵੀ ਆਉਂਦੇ ਸੀ ਤਾਂ ਮੈਂ ਪਹਿਲਾਂ ਫੋਨ ਤੇ ਉਹਨਾਂ ਨੂੰ ਕਹਿ ਦਿੰਦਾ ਸੀ ਗੱਡੀ 'ਚ ਬੈਠੇ ਵੀ ਘਬਰਾਓ ਨਾ, ਤੁਹਾਨੂੰ ਰਾਜ ਸਭਾ ਭੇਜ ਦਿਆਂਗੇ। ਆਮ ਆਦਮੀ ਪਾਰਟੀ ਗਠਜੋੜ ਦੀ ਵੱਡੀ ਪਾਰਟੀ ਹੋਊਗੀ, ਮੁੱਖ ਮੰਤਰੀ ਦਾ ਚਿਹਰਾ ਉਹਨਾਂ ਦਾ ਹੋ ਸਕਦਾ ਹੈ, ਉਸ ਗਰੁੱਪ ਦਾ ਹਿੱਸਾ ਬੀਜੇਪੀ ਵੀ ਹੋ ਸਕਦੀ ਹੈ। ਢੀਂਡਸਾ ਸਾਹਿਬ ਇੱਕ ਦਿਨ ਬੀਜੇਪੀ 'ਚ ਜਾ ਸਕਦੇ ਆ ਜਾਂ ਬੀਜੇਪੀ ਦਾ ਚਿਹਰਾ ਵੀ ਹੋ ਸਕਦੇ ਮੁੱਖ ਮੰਤਰੀ ਦਾ। ਅਜੇ ਤੱਕ ਕੋਈ ਮੈਨੂੰ ਬੀਜੇਪੀ ਦੇ ਲੀਡਰ ਨੇ ਇਹ ਨਹੀਂ ਕਿਹਾ ਕਿ ਆਓ ਤੁਸੀਂ ਸਾਡੇ ਨਾਲ ਤੁਰੋ ਜਾਂ ਅਸੀਂ ਕਰੋ। ਪਰ ਤੁਹਾਡੀ ਪਾਰਟੀ ਦੇ ਵਿੱਚ ਕੀ ਪਰਮਿੰਦਰ ਡਿਸਾਈਡ ਕਰ ਰਹੇ ਨੇ ਸਭ ਕੁਝ? ਜਿਵੇਂ ਤੁਸੀਂ ਕਿਹਾ ਕਿ ਮੀਟਿੰਗ ਪਰਮਿੰਦਰ ਕਰਕੇ ਆਏ ਔਰ ਉਹਨਾਂ ਨੂੰ ਪਤਾ ਹੈ ਕੀ ਗੱਲਬਾਤ ਹੋਈ, ਤੁਸੀਂ ਸਿਰਫ ਦੱਸਿਆ ਕਿ ਮੀਡੀਆ ਨੂੰ ਕਿ ਮੈਂ ਤਾਂ ਸਿਰਫ ਚਾਹ ਪੀਣ ਵਾਸਤੇ ਬਾਅਦ ਦੇ ਵਿੱਚ 10 ਮਿੰਟ ਗਿਆ। ਕੀ ਪਰਮਿੰਦਰ ਢੀਂਡਸਾ ਸਭ ਕੁਝ ਡਿਸਾਈਡ ਕਰਦੇ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰ ਲੈਂਦੇ ਸੀ? ਮੈਂ ਤਾਂ ਸਮਝਦਾ ਦਿਲ ਦੀਆਂ ਗੱਲਾਂ ਉਹ ਕਿਸੇ ਨਾਲ ਵੀ ਨਹੀਂ ਕਰਦੇ, ਗੱਲਾਂ ਬਹੁਤ ਕਰ ਲੈਂਦੇ ਸੀ। ਜਿਹੜੇ ਅਸਲੀ ਦਿਲ ਦੀ ਗੱਲ ਹੁੰਦੀ ਸੀ ਉਹ ਨਹੀਂ ਮੇਰਾ ਖਿਆਲ ਕਿਸੇ ਨਾਲ ਕਰਦੇ, ਕਿਉਂਕਿ ਉਹਨਾਂ ਦੀ ਵਾਈਫ ਵੀ ਮੈਨੂੰ ਕਹਿੰਦੀ ਇੱਕ ਦੋ ਵਾਰੀ ਮਿਲਦੇ ਰਹੇ ਨੇ, ਕਹਿੰਦੇ ਤੁਸੀਂ ਦੱਸੋ ਤੁਸੀਂ ਕੰਮ ਕਰਾਓ ਜੀ ਸਾਡਾ ਫਲਾਣਾ। ਪੰਜਾਬ ਦੀ ਸਿਆਸਤ ਵਾਸਤੇ ਅੱਜ ਵੱਡੀ ਖਬਰ ਆਈ, ਕਿਉਂਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਵੱਡੀ ਸਿਆਸੀ ਤਬਦੀਲੀ ਇੱਕ ਨਜ਼ਰ ਆਉਣ ਲੱਗੀ, ਪਰ ਸ਼ਾਮ ਢਲਦੇ ਬਹੁਤ ਸਾਰੀਆਂ ਅਪਡੇਟਸ ਉਹਦੇ ਵਿੱਚ ਤਬਦੀਲੀਆਂ ਆ ਗਈਆਂ। ਸੁਖਦੇਵ ਸਿੰਘ ਢੀਂਡਸਾ ਸਾਹਿਬ ਅੱਜ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਔਨ ਏਅਰ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ। ਢੀਂਡਸਾ ਸਾਹਿਬ, ਕਈ ਤਬਦੀਲੀਆਂ ਆ ਗਈਆਂ ਜੀ, ਸਵੇਰੇ ਗੱਲ ਹੋਰ ਹੋਈ, ਸ਼ਾਮ ਆਉਂਦੇ ਗੱਲ ਹੋਰ ਹੋਈ। ਗੱਲ ਦਰਅਸਲ ਹੋਈ ਕੀ ਸੀ ਜੀ? ਨਹੀਂ, ਗੱਲ ਤਾਂ ਮੈਂ ਸਮਝਦਾ ਕਿ ਪਰਮਿੰਦਰ ਦੀ ਗੱਲ ਸੀਗੀ ਉਹਨਾਂ ਨਾਲ। ਮੈਨੂੰ ਤਾਂ ਉਹਨਾਂ ਦਾ ਟੈਲੀਫੋਨ ਆਇਆ ਵੀ ਰਾਘਵ ਸਾਹਿਬ ਤੇ ਜਰਨੈਲ ਸਿੰਘ ਆਏ ਨੇ, ਇੱਥੇ ਚਾਹ ਪੀ ਰਹੇ, ਇੱਥੇ ਚਾਹ ਪੀ ਲਓ। ਅਸੀਂ ਚਾਹ ਪੀਣ ਮੈਂ ਚਲੇ ਗਿਆ। ਉਹਨਾਂ ਨੇ ਕਿਹਾ, ਮੈਂ ਕਿਹਾ ਵੀ ਲੋਕਾਂ ਦੀ ਇੱਕ ਇੱਛਾ ਹੈ ਕਿ ਇੱਕ ਫਰੰਟ ਐਸਾ ਬਣੇ, ਚੌਥਾ ਫਰੰਟ, ਜਿਹਦੇ 'ਚ ਸਾਰੀਆਂ ਪੋਲੀਟੀਕਲ ਪਾਰਟੀਆਂ ਵੱਧ ਤੋਂ ਵੱਧ ਜਿੰਨੀਆਂ ਵੀ ਹੈਗੀਆਂ ਔਰ ਛੋਟੇ ਗਰੁੱਪ ਵੀ ਨੇ ਰਲ ਕੇ ਇਲੈਕਸ਼ਨ ਲੜਨਗੇ। ਉਦੋਂ ਉਹਨਾਂ ਨੇ ਕੋਈ ਐਸੀ ਨੈਗੇਟਿਵ ਗੱਲ ਨਹੀਂ ਕਹੀ। ਅਤੇ ਨੰਬਰ 2 ਮੈਂ ਵੀ ਨਹੀਂ ਕਿਹਾ। ਮੈਂ ਵੀ ਅੱਜ ਸਵੇਰੇ ਕਿਸੇ ਪ੍ਰੈਸ ਵਾਲੇ ਨੂੰ ਪਤਾ ਲੱਗ ਗਿਆ, ਉਹਨੇ ਨਿਊਜ਼ ਦੇਤੀ ਹੋਣੀ ਹੈ, ਉਹ ਮੇਰੇ ਕੋਲ ਆ ਕੇ ਸਵੇਰੇ। ਮੈਂ ਕਿਹਾ ਵੀ ਇਹਦੇ ਤਾਂ ਕੋਈ ਫੈਸਲਾ ਨਹੀਂ ਹੋਇਆ ਸਾਡਾ। ਉਹ ਤਾਂ ਇੱਕ ਪ੍ਰੀਲਿਮਿਨਰੀ ਮੀਟਿੰਗ ਸੀ, ਵੀ ਗੱਲ ਬੈਠ ਕੇ ਹੋਈ ਹੈ, ਲੇਕਿਨ ਉਸ ਪਾਸੇ ਤੁਰਨ ਲਈ ਕੋਸ਼ਿਸ਼ ਕਰਾਂਗੇ, ਬਾਕੀ ਨੂੰ ਵੀ ਅਸੀਂ ਤੋਰੀਏ ਇਸ ਪਾਸੇ ਨੂੰ। ਪਰ ਪਰਮਿੰਦਰ ਢੀਂਡਸਾ ਸਵੇਰੇ ਜਦੋਂ ਪ੍ਰੈਸ ਤੇ ਮੁਖਾਤਬ ਹੁੰਦੇ ਆ, ਉਹ ਕਾਫੀ ਗੱਲਾਂ ਕਹਿੰਦੇ ਆ ਕਿ ਗੱਲਬਾਤ ਹੋ ਗਈ ਹੈ, ਆਮ ਆਦਮੀ ਪਾਰਟੀ ਗਠਜੋੜ ਦੀ ਵੱਡੀ ਪਾਰਟੀ ਹੋਊਗੀ, ਮੁੱਖ ਮੰਤਰੀ ਦਾ ਚਿਹਰਾ ਉਹਨਾਂ ਦਾ ਹੋ ਸਕਦਾ ਹੈ, BSP ਨਾਲ ਵੀ ਗੱਲਬਾਤ ਹੋ ਸਕਦੀ ਹੈ। ਔਰ ਫਿਰ ਹੌਲੀ ਹੌਲੀ ਜਦੋਂ ਦਿਨ ਢਲਿਆ ਤਾਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਇਹੋ ਜਿਹੀ ਤਾਂ ਕੋਈ ਗੱਲ ਹੋਈ ਨਹੀਂ ਸਾਡੇ ਵਿਚਕਾਰ। ਜਿਹੜਾ ਮੁੰਡਾ ਜਿਹਨੇ ਪ੍ਰੈਸ ਕਾਨਫਰੰਸ ਕੀਤੀ ਹੈ, ਚੀਮਾ ਸਾਹਿਬ, ਉਹ ਤਾਂ ਹੈ ਹੀ ਮੀਟਿੰਗ 'ਚ ਹੈ ਨਹੀਂ ਸੀ। ਉਹ ਤਾਂ ਮੀਟਿੰਗ 'ਚ ਹੀ ਹੈ ਨਹੀਂ ਸੀ। ਪਤਾ ਨਹੀਂ ਕਿਵੇਂ ਉਹਨਾਂ ਨੇ ਜਵਾਨ ਦੇ ਦਿੱਤੀ। ਨੰਬਰ 2 ਹੈ, ਅਗਰ ਉਹਨਾਂ ਨੇ ਪਹਿਲਾਂ ਵੀ ਪਿਛਲੀ ਵਾਰੀ ਵੀ ਇਕੱਲਿਆਂ ਲੜ ਕੇ ਲੜ ਲੈਣ, ਕੋਈ ਨਹੀਂ, ਉਹ ਤਾਂ ਡੈਮੋਕ੍ਰੇਸੀ ਹੈ, ਅਤੇ ਕੋਈ ਵੀ ਇਕੱਲਾ ਵੀ ਲੜ ਸਕਦਾ, ਕਿਸੇ ਨਾਲ ਮਿਲ ਕੇ ਵੀ ਲੜ ਸਕਦੇ। ਤਾਂ ਤੁਹਾਡੇ ਕੋਲੇ ਆਲਟਰਨੇਟ ਕੀ ਹੈ ਜੀ ਫਿਰ? ਸਾਡੇ ਕੋਲ ਤਾਂ ਹੈ ਜੀ, ਜਿਵੇਂ ਹੁਣ ਅਸੀਂ ਇਕੱਠੇ ਹੋ ਰਹੇ ਹਾਂ, ਅਸੀਂ ਪਹਿਲਾਂ ਵੀ ਇਕੱਠੇ ਸੀ ਇੱਕ ਪਾਰਟੀ 'ਚ ਬਰਮਪੁਰਾ ਸਾਹਿਬ ਨਾਲ, ਅਤੇ ਬਾਕੀ ਪਾਰਟੀਆਂ ਹੋਰ ਵੀ ਸਾਡੇ ਕੋਲ। ਇਹ ਤਾਂ ਨਹੀਂ ਹੈ ਵੀ ਆਮ ਆਦਮੀ ਪਾਰਟੀ ਹੈ, ਹੋਰ ਵੀ ਬਹੁਤ ਪਾਰਟੀਆਂ ਨੇ। ਤਾਂ ਇਹ ਤਾਂਗ ਤੁਹਾਡੇ ਕੰਨੀਓ ਨਹੀਂ ਕਿ ਆਮ ਆਦਮੀ ਪਾਰਟੀ ਨਾਲ ਗਠਜੋੜ ਹੋਵੇ? ਨਹੀਂ, ਸਾਡੀ ਤਾਂਗ ਕੋਈ ਨਹੀਂ ਹੈ। ਸਾਡੀ ਤਾਂਗ ਨਹੀਂ, ਲੋਕਾਂ ਦੀ ਇੱਕ ਤਾਂਗ ਹੈ। ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਕੋਈ ਫਰੰਟ ਐਸਾ ਬਣੇ ਜਿਹੜਾ ਇਹਨਾਂ ਜਿਹੜੀਆਂ ਪਾਰਟੀਆਂ ਨੇ, ਚਾਹੇ ਕਾਂਗਰਸ ਹੈ, ਚਾਹੇ ਬਾਦਲ ਕੇ ਨੇ, ਚਾਹੇ BJP ਹੈ, BJP ਦੀ ਤਾਂ ਕੋਈ ਗੱਲ ਹੈ ਹੀ ਨਹੀਂ। ਉਹ ਦੋ ਪਾਰਟੀਆਂ ਨੂੰ ਜਿਹੜਾ ਮਾਤ ਦੇ ਸਕੇ, ਉਹਨਾਂ ਨੂੰ ਲਈ ਚਾਹੁੰਦੇ ਆ ਕਿ ਇੱਕ ਫਰੰਟ ਬਣੇ। ਉਹ ਇੱਕ ਸਾਡੀ ਇੱਛਾ ਹੈ ਕਿ ਬਾਕੀ ਪਾਰਟੀਆਂ ਨਾਲ ਗੱਲ, ਛੋਟੇ ਛੋਟੇ ਗਰੁੱਪ ਵੀ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਉਸ ਗਰੁੱਪ ਦਾ ਹਿੱਸਾ BJP ਵੀ ਹੋ ਸਕਦੀ ਹੈ? ਨਹੀਂ, BJP ਨਹੀਂ, ਮੈਂ ਤੁਹਾਨੂੰ ਦੱਸਿਆ BJP ਤੋਂ ਇਹ ਤਿੰਨੇ ਪਾਰਟੀਆਂ ਤੋਂ ਬਿਨਾਂ। ਕਿਉਂਕਿ ਇਹ ਚਰਚਾ ਬਹੁਤ ਹੁੰਦੀ ਹੈ ਕਿ ਢੀਂਡਸਾ ਸਾਹਿਬ ਦੀ BJP ਨਾਲ ਨੇੜਤਾ ਰਹੀ ਹੈ, ਪਬਲਿਕ ਪਰਸੈਪਸ਼ਨ ਇੱਕ ਬਹੁਤ ਹੈ, ਗੱਲਾਂ ਵੀ ਬਹੁਤ ਚੱਲੀਆਂ ਕਿ ਢੀਂਡਸਾ ਸਾਹਿਬ ਇੱਕ ਦਿਨ BJP 'ਚ ਜਾ ਸਕਦੇ ਆ ਜਾਂ BJP ਦਾ ਚਿਹਰਾ ਵੀ ਹੋ ਸਕਦੇ ਮੁੱਖ ਮੰਤਰੀ ਦਾ। ਨਹੀਂ, ਮੇਰਾ ਸਵਾਲ ਹੀ ਪੈਦਾ ਨਹੀਂ ਹੁੰਦਾ BJP ਜਾਣ ਦਾ, ਕਦੇ ਮੈਂ ਸੋਚਿਆ ਵੀ ਨਹੀਂ, ਮੈਂ ਵੀ ਨਹੀਂ। ਇਹ ਤਾਂ ਸਾਰੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਮੈਂਬਰ ਸੀ
ਅਸੀਂ ਉਹ ਬਾਦਲ ਦਲ ਨਾਲ ਸੀਗਾ, ਉਦੋਂ ਸਾਰੇ ਸਾਂਝੇ ਸੀ, ਐਨਡੀਏ ਦੀ ਪਾਰਟਨਰ ਸੀ ਅਸੀਂ। ਪਰ ਇੱਕ ਨਹੀਂ ਸਮਝ ਆ ਰਿਹਾ ਵੀ ਜਦੋਂ ਆਰਡੀਨੈਂਸ ਇਸ਼ੂ ਹੋਏ ਨੇ, ਬਾਦਲ ਕਹਿੰਦੇ 10 ਕੀਤੇ ਨੇ, ਬਾਦਲ ਕਹਿੰਦੇ ਤਾਂ ਉਹਦੀ ਸਪੋਰਟ ਵੀ ਕਰਦੇ ਰਹੇ ਨੇ। ਲੇਕਿਨ ਮੈਂ ਪਹਿਲਾ ਬੰਦਾ ਸੀ ਜਿਹਨੇ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਕਿ ਇਹ ਬਹੁਤ ਖਤਰਨਾਕ ਨੇ, ਇਹਨਾਂ ਨੇ ਇਹ ਜਿਹੜੇ ਆਰਡੀਨੈਂਸ ਨੇ ਇਹਨਾਂ ਨੂੰ ਵਿਦਡਰਾ ਕਰੋ। ਅਤੇ ਮੈਂ ਕਿਵੇਂ ਮੈਂ ਕਰ ਸਕਦਾ ਸੀ ਜੇ ਉਹਨਾਂ ਨਾਲ ਹੁੰਦੀ ਹੈ। ਇਸ ਕਰਕੇ ਪ੍ਰਾਪੇ ਗੰਡਾ ਮੈਨੂੰ ਲੋਕ ਜਾਣਦੇ ਨੇ, ਮੈਨੂੰ ਭੁੱਲੇ ਨਹੀਂ ਲੋਕ। ਅਤੇ ਮੇਰੇ ਤੋਂ ਬਾਅਦ ਇਹਨਾਂ ਨੇ ਬਾਅਦ 'ਚ ਛੱਡੀ ਬੀਜੇਪੀ। ਮੈਂ ਤਾਂ ਬਹੁਤ ਪਹਿਲਾਂ। ਪਰ ਇਹ ਕਿਹਾ ਜਾਂਦਾ ਹੈ ਕਿ ਢੀਂਡਸਾ ਸਾਹਿਬ ਦੀ ਬੀਜੇਪੀ ਦੇ ਆਗੂਆਂ ਨਾਲ ਬਹੁਤ ਨੇੜਤਾ ਰਹੀ ਹੈ, ਨਿੱਜੀ ਤੌਰ 'ਤੇ ਬਹੁਤ ਨੇੜਤਾ ਹੈ। ਦੇਸ਼ ਦੇ ਸਭ ਤੋਂ ਸੀਨੀਅਰ ਲੀਡਰਸ 'ਚੋਂ ਤੁਸੀਂ ਇੱਕ ਹੋ। ਮੋਦੀ ਸਾਹਿਬ ਤੁਹਾਡਾ ਨਿੱਜੀ ਤੌਰ 'ਤੇ ਬਹੁਤ ਸਤਿਕਾਰ ਕਰਦੇ ਹੈ, ਤੁਹਾਡਾ ਉੱਠਣ ਬੈਠਣ ਰਿਹਾ। ਇੱਕ ਮੈਂ ਤੁਹਾਨੂੰ ਦੱਸ ਦਿੰਦਾ ਵੀ ਮੋਦੀ ਸਾਹਿਬ ਨੂੰ ਮੈਨੂੰ ਪਤਾ ਨਹੀਂ ਕਿਵੇਂ ਦਿੱਤਾ, ਪਦਮ ਭੂਸ਼ਣ ਦਿੱਤਾ ਸੀ। ਮੈਂ ਧੰਨਵਾਦ ਕਰਨ ਗਿਆ ਮੋਦੀ ਸਾਹਿਬ ਦਾ, ਜਦੋਂ ਸਾਡੀ ਉਦੋਂ ਦਿੱਤਾ 19 'ਚ 20 'ਚ ਦਿੱਤਾ 19 'ਚ। ਉਦੋਂ ਬਾਅਦ ਮੈਂ ਕਦੇ ਮਿਲਿਆ ਹੋਵਾਂ, ਕਦੇ ਟੈਲੀਫੋਨ 'ਤੇ ਗੱਲ ਹੋਈ ਹੋਵੇ, ਕਦੀ ਵੀ ਕੋਈ ਗੱਲ ਕੀਤੀ ਹੋਵੇ ਤਾਂ ਮੈਨੂੰ ਦੱਸ ਦੇਣ, ਮੈਂ ਰਿਜ਼ਾਈਨ ਦੇਣ ਨੂੰ ਤਿਆਰ ਹਾਂ। ਕਦੀ ਵੀ ਕਿਸੇ ਕਿਸਮ ਦੀ ਵੀ ਗੱਲ ਹੋਈ ਹੋਵੇ। ਤੁਹਾਨੂੰ ਇਲਮ ਨਹੀਂ ਸੀ ਕਿ ਤੁਹਾਨੂੰ ਦੇਸ਼ ਦਾ ਐਡਾ ਵੱਡਾ ਅਵਾਰਡ ਮਿਲਣ ਲੱਗਿਆ? ਮੈਨੂੰ ਕੁਛ ਨਹੀਂ ਪਤਾ ਸੀ, ਐਵੇਂ ਕਹਾ ਮਿਲਿਆ ਐਵੇਂ ਹੀ ਆ। ਮੈਨੂੰ ਬੰਦਾ ਹੁਣ ਵੱਡਾ ਉਹ ਮੈਂ ਵਾਪਸ ਵੀ ਕਰਤਾ ਕਿਸਾਨੀ ਮੁੱਦੇ 'ਤੇ। ਤਾਂ ਕੀ ਬੀਜੇਪੀ ਤੁਹਾਨੂੰ ਇਨਕਲਾਈਨ ਕਰਨਾ ਚਾਹੁੰਦੀ ਸੀ ਆਪਦੇ ਕੰਨੀ, ਚਾਹੁੰਦੀ ਸੀ ਕਿ ਤੁਸੀਂ ਉਹਨਾਂ ਵੱਲ ਇੱਕ ਇਨਕਲੀਨੇਸ਼ਨ ਹੋ ਜੇ ਤੁਹਾਡੀ? ਅਜੇ ਤੱਕ ਕੋਈ ਮੈਨੂੰ ਬੀਜੇਪੀ ਦੇ ਲੀਡਰ ਨੇ ਇਹ ਨਹੀਂ ਕਿਹਾ ਕਿ ਆਓ ਤੁਸੀਂ ਸਾਡੇ ਨਾਲ ਤੁਰੋ ਜਾਂ ਅਸੀਂ ਕਰੋ। ਇੱਕ ਤਾਂ ਹੁੰਦਾ ਪਤਾ ਨਹੀਂ ਕਿਵੇਂ ਗੱਲਾਂ ਬਣਦੀਆਂ ਨੇ ਕਿਵੇਂ ਨਹੀਂ। ਮੈਂ ਤਾਂ ਉਹਨਾਂ ਤੋਂ ਪਹਿਲਾਂ ਛੱਡਿਆ ਬੀਜੇਪੀ, ਮੇਰੇ ਤੋਂ ਬਾਅਦ ਛੱਡਿਆ ਉਹਨਾਂ ਨੇ ਬੀਜੇਪੀ ਨੂੰ। ਤਾਂ ਜਦੋਂ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਹੈ ਕਿ ਗਠਜੋੜ ਨਹੀਂ, ਸ਼ਾਮਲ ਹੋ ਜਾਓ, ਤਾਂ ਤੁਸੀਂ ਪਾਰਟੀ ਬਣਾਈ, ਪਾਰਟੀ ਕੁਝ ਸੋਚ ਕੇ ਬਣਾਈ, ਅਕਾਲੀ ਦਲ ਤੋਂ ਅੱਡ ਹੁੰਦੇ ਹੋ, ਸ਼ਾਮਲ ਹੋਣ ਵਾਲੀ ਗੱਲ ਪੋਸੀਬਲ ਨਹੀਂ ਹੈ? ਨਹੀਂ, ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸ਼ਾਮਲ ਹੋਣ ਲਈ ਬੜੀ ਪਹਿਲਾਂ ਸਾਡੇ ਕੋਲ ਆਫਰ ਆਈ ਸੀ ਕਿ ਪਰਮਿੰਦਰ ਆ ਜੇ, ਉਹਨੂੰ ਚੀਫ ਮਿਨਿਸਟਰੀ ਦਾ ਕੈਂਡੀਡੇਟ ਅਸੀਂ ਅਨਾਊਂਸ ਕਰ ਦਿਆਂਗੇ। ਇਹ ਕਿਸ ਦੀ ਆਫਰ ਸੀ ਜੀ? ਇਹ ਪਾਰਟੀ ਦੀ ਆਫਰ ਸੀ, ਬੜੀ ਹਾਈ ਕਮਾਂਡ ਦੀ ਆਫਰ ਸੀ। ਅਤੇ ਮੈਂ ਇਹਦੇ 'ਚ ਨਾ ਕਹਾਂ, ਅਸੀਂ ਟੋਟਲੀ ਜਵਾਬ ਦਿੱਤਾ ਕਿ ਨਹੀਂ, ਨਾ ਅਸੀਂ ਪਾਰਟੀ ਛੱਡਣੀ ਹੈ, ਨਾ ਅਸੀਂ ਪਾਰਟੀ ਤੋੜਨੀ ਹੈ ਕਿਸੇ ਵੀ ਕੀਮਤ 'ਤੇ। ਇਹ ਕਿਸ ਵੇਲੇ ਆਈ ਢੀਂਡਸਾ ਸਾਹਿਬ? 2017 ਦੀਆਂ ਚੋਣਾਂ ਵੇਲੇ ਆਈ? ਤਾਂ ਹੁਣ ਉਹ ਚਾਹੁੰਦੇ ਸੀ ਕਿ ਪਰਮਿੰਦਰ ਨੂੰ ਚੀਫ ਮਿਨਿਸਟਰ ਕੈਂਡੀਡੇਟ ਅਨਾਊਂਸ ਕਰ ਦੇ। ਉਹਨਾਂ ਪਹਿਲਾਂ, ਅੱਜ ਤੋਂ 20 ਦਿਨ 25 ਦਿਨ ਪਹਿਲਾਂ ਦੀ ਗੱਲ ਹੈ। ਪਰ ਤੁਸੀਂ ਸੀਨੀਅਰ ਹੋ, ਕਦੇ ਇਹ ਨਹੀਂ ਹੋਇਆ? ਕਿਉਂਕਿ ਜਿਵੇਂ ਉਧਰ ਸੁਖਬੀਰ ਬਾਦਲ ਨੇ, ਵੱਡੇ ਬਾਦਲ ਸਾਹਿਬ ਨੇ, ਵੱਡੇ ਬਾਦਲ ਸਾਹਿਬ ਸੀਨੀਅਰ ਹੈ, ਮੁੱਖ ਮੰਤਰੀ ਬਣਦੇ ਰਹੇ, ਕਿ ਤੁਹਾਨੂੰ ਨਹੀਂ ਹੋਇਆ ਕਿ ਮੈਂ ਜਦੋਂ ਤੱਕ ਮੈਂ ਸੀਨੀਅਰ ਆ ਮੈਂ ਚੀਫ ਮਿਨਿਸਟਰੀ ਦੀ ਦੌੜ 'ਚ ਨਹੀਂ ਹੈਗੇ ਤੁਸੀਂ? ਨਹੀਂ, ਮੈਂ ਤਾਂ ਪਹਿਲੇ ਦਿਨ ਕਹਿੰਦੇ ਮੈਂ ਇਲੈਕਸ਼ਨ ਨਹੀਂ ਲੜਨੀ। ਮੈਂ ਕੋਈ ਇਲੈਕਸ਼ਨ ਨਹੀਂ, ਨਾ ਐਸਜੀਪੀਸੀ, ਨਾ ਪਾਰਲੀਮੈਂਟ, ਨਾ ਅਸੈਂਬਲੀ, ਕੋਈ ਇਲੈਕਸ਼ਨ ਨਹੀਂ ਲੜਨੀ। ਹੋਵਾਂ ਤਾਂ ਮੈਂ ਤਾਂ ਕੈਂਡੀਡੇਟ ਜੇ ਮੈਂ ਇਲੈਕਸ਼ਨ ਲੜਨੀ ਹੋਵੇ ਕੋਈ। ਇਸ ਕਰਕੇ ਮੇਰਾ ਮਤਲਬ ਵੀ ਕੋਈ ਨਹੀਂ, ਮੈਂ ਕੁਛ ਵੀ ਕੋਈ ਅਹੁਦਾ ਲੈਣ ਨੂੰ ਤਿਆਰ ਨਹੀਂ ਹਾਂ, ਅਤੇ ਕਿਸੇ ਕਿਸਮ ਦਾ ਵੀ ਇਲੈਕਸ਼ਨ ਨਹੀਂ ਮੈਂ ਲੜਦਾ। ਤਾਂ ਤੁਹਾਡੀ ਪਾਰਟੀ ਦੇ ਵਿੱਚ ਕੀ ਪਰਮਿੰਦਰ ਡਿਸਾਈਡ ਕਰ ਰਹੇ ਨੇ ਸਭ ਕੁਝ? ਜਿਵੇਂ ਤੁਸੀਂ ਕਿਹਾ ਕਿ ਮੀਟਿੰਗ ਪਰਮਿੰਦਰ ਕਰਕੇ ਆਏ ਔਰ ਉਹਨਾਂ ਨੂੰ ਪਤਾ ਹੈ ਕੀ ਗੱਲਬਾਤ ਹੋਈ, ਤੁਸੀਂ ਸਿਰਫ ਦੱਸਿਆ ਕਿ ਮੀਡੀਆ ਨੂੰ ਕਿ ਮੈਂ ਤਾਂ ਸਿਰਫ ਚਾਹ ਪੀਣ ਵਾਸਤੇ ਬਾਅਦ ਦੇ ਵਿੱਚ 10 ਮਿੰਟ ਗਿਆ। ਕੀ ਪਰਮਿੰਦਰ ਢੀਂਡਸਾ ਸਭ ਕੁਝ ਡਿਸਾਈਡ ਕਰਦੇ? ਸਾਡਾ ਡਿਸਾਈਡ ਕਰਦੀ ਹੈ ਕਮੇਟੀ, ਪਾਰਟੀ ਡਿਸਾਈਡ ਕਰਦੀ ਹੈ। ਉਹ ਪ੍ਰੀਲਿਮਿਨਰੀ ਗੱਲ ਉਹਦੀ ਦੋਸਤੀ ਹੋ ਗਈ ਉਹਨਾਂ ਨਾਲ, ਜਰਨੈਲ ਉਹਨਾਂ ਨਾਲ, ਦੂਜਿਆਂ ਨਾਲ। ਉਹਨੂੰ ਕਿਤੇ ਮਿਲ ਗਏ, ਉਹਨਾਂ 'ਚ ਗੱਲਾਂ ਕਰਨ ਲੱਗ ਗਏ। ਉਹਨਾਂ ਨੂੰ ਮੈਨੂੰ ਵੀ ਬੁਲਾ ਲਿਆ ਵੀ ਆਓ ਜੋ ਚਾਹ ਪੀਓ, ਉੱਥੇ ਚਾਹ ਪੀਣ ਲੱਗਿਆ। ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਉਹ ਆਏ ਹੋਏ ਨੇ। ਤੁਹਾਨੂੰ ਕੋਈ ਇਸ ਗੱਲ ਦੀ ਜਾਣਕਾਰੀ ਦਿੱਤੀ ਨਹੀਂ ਗਈ? ਨਹੀਂ, ਮੈਨੂੰ ਇਹ ਨਹੀਂ ਪਤਾ ਸੀ। ਮੈਨੂੰ ਤਾਂ ਉਦੋਂ ਟੈਲੀਫੋਨ ਆਇਆ ਕਿ ਅਸੀਂ ਇੱਥੇ ਬੈਠੇ ਹਾਂ, ਜੋ ਚਾਹ ਪੀ ਲੈ। ਅਰਵਿੰਦ ਕੇਜਰੀਵਾਲ ਨਾਲ ਕਦੇ ਗੱਲਬਾਤ ਹੋਈ, ਮੁਲਾਕਾਤ ਹੋਈ ਤੁਹਾਡੀ? ਨਹੀਂ, ਨੈਵਰ। ਕਦੇ ਉਹਨਾਂ ਨੇ ਕੋਈ ਇੰਟਰਸਟ ਦਿਖਾਇਆ ਹੋਵੇ? ਨਹੀਂ, ਉਹਨਾਂ ਦੇ ਐਮਪੀਆਂ ਨੇ, ਐਮਪੀ ਮੇਰੇ ਦੋਸਤ ਨੇ ਜਿਹੜੇ ਰਾਜ ਸਭਾ 'ਚ ਨੇ, ਉਹਨਾਂ ਨਾਲ 2-3 ਵਾਰ ਮੀਟਿੰਗਾਂ ਹੋਈਆਂ। ਉਹ ਵੀ ਆਹੀ ਦਿੰਦੇ ਸੀ ਪ੍ਰਪੋਜ਼ਲ ਜਿਹੜਾ ਮੈਂ ਦੱਸਿਆ ਤੁਹਾਨੂੰ। ਮੈਂ ਕਿਹਾ ਨਹੀਂ, ਇਹ ਨਹੀਂ। ਭਗਵੰਤ ਮਾਨ ਨੂੰ ਤੁਸੀਂ ਸਵੇਰੇ ਬਿਆਨ ਦਿੱਤਾ ਕਿ ਜਿਵੇਂ ਪਰਮਿੰਦਰ ਨੇ ਉਵੇਂ ਭਗਵੰਤ ਮਾਨ ਨੇ। ਬਹੁਤ ਸਾਰੇ ਐਸੇ ਸਿਆਸੀ ਬਿਆਨ ਇਸ ਤੋਂ ਪਹਿਲਾਂ ਹੁੰਦੇ ਰਹੇ ਆ ਜਿਹਨੂੰ ਕਿਹਾ ਜਾਂਦਾ ਕਿ ਭਾਸ਼ਾ ਦੀ ਮਰਿਆਦਾ ਤੋਂ ਬਾਹਰ ਨੇ। ਇੱਥੋਂ ਤੱਕ ਉਹ ਕਹਿੰਦੇ ਰਹੇ ਕਿ ਢੀਂਡਸੇ ਮਾਂਜ ਤੇ ਇਹੋ ਜਿਹੇ ਸ਼ਬਦ ਉਹ ਵਰਤਦੇ ਰਹੇ ਆ। ਚਲੋ ਇਹ ਤਾਂ ਉਹਦੀ ਆਪਣੀ ਕੀ ਬੋਲਣਾ, ਕਿਸੇ ਨੇ ਕੀ ਬੋਲਣਾ। ਮੈਂ ਤਾਂ ਉਹਨੂੰ ਬੱਚਿਆਂ ਦੀ ਤਰ੍ਹਾਂ ਸਮਝਿਆ, ਜਦੋਂ ਮੈਨੂੰ ਮਿਲਦਾ ਉਹ ਗੋਡੀ ਹੱਥ ਲਾ ਕੇ ਪਿਆਰ ਨਾਲ, ਸਤਿਕਾਰ ਨਾਲ ਮਿਲਦਾ। ਤਾਂ ਤੁਸੀਂ ਹਾਰ ਐਕਸੈਪਟ ਕੀਤੀ ਕਿ ਜੇ ਭਗਵੰਤ ਮਾਨ ਆਏ,
ਹਾਰ ਐਕਸੈਪਟ ਕੀਤੀ? ਮੈਂ ਕੀਤੀ। ਮੈਂ ਅੱਜ ਤੱਕ ਜਦੋਂ ਮੈਂ ਦੋ ਤਿੰਨ ਮੈਂ 25 ਇਲੈਕਸ਼ਨਾਂ ਲੜੀਆਂ, ਛੋਟੀਆਂ ਤੋਂ ਲਾ ਕੇ ਵੱਡੀਆਂ ਤੱਕ, ਜਿਹਦੇ 'ਚ 3 ਇਲੈਕਸ਼ਨ ਮੈਂ ਹਾਰਿਆ। ਮੈਂ 3 ਇਲੈਕਸ਼ਨਾਂ 'ਚ ਕਦੇ ਕਿਸੇ ਨੂੰ ਇਲਜ਼ਾਮ ਨਹੀਂ ਲਾਇਆ ਕਿ ਇਹ ਬੰਦੇ ਨੇ ਮੈਨੂੰ ਹਰਾਇਆ। ਹੁਣ ਤਾਂ ਪੋਲੀਟੀਕਲ ਬੰਦੇ ਨੇ ਨਾ, ਉਹ ਕਹਿੰਦੇ ਜੀ ਫਲਾਣੇ ਨੇ ਮੇਰੀ ਮੁਖਾਲਫਤ ਕੀਤੀ, ਫਲਾਣੇ ਪਾਰਟੀ 'ਚ ਮੇਰੀ ਮੁਖਾਲਫਤ ਕੀਤੀ। ਮੈਂ ਨਹੀਂ ਕਿਹਾ, ਮੈਂ ਕਿਹਾ ਮੇਰੇ 'ਚ ਕੋਈ ਨੁਕਸ ਹੋਣਾ ਤਾਂ ਮੈਨੂੰ ਲੋਕਾਂ ਨੇ ਨਹੀਂ ਕੀਤਾ। ਅਤੇ ਅਦਰਵਾਈਜ਼ ਮੈਨੂੰ ਇੰਨੀ ਦੇਰ ਤੋਂ ਜਿਤਾਉਂਦੇ ਰਹੇ ਨੇ। 4 ਵਾਰੀ ਮੈਂ MLA ਬਣਿਆ ਅਤੇ ਪਹਿਲਾਂ MP ਬਣ ਕੇ ਹਟਿਆ, ਲੋਕ ਸਭਾ ਦਾ ਵੀ। ਇਸ ਕਰਕੇ ਜੇ ਕੋਈ ਹੈਗੀ ਹੈ ਤਾਂ ਮੇਰੇ 'ਚ ਨੁਕਸ ਹੈ ਕੋਈ। ਇਹ ਮੈਂ ਕਦੇ ਕਿਸੇ 'ਤੇ ਦੋਸ਼ ਨਹੀਂ ਲਾਇਆ। ਔਰ ਬਾਕੀ ਮਾਨ ਸਾਹਿਬ ਤਾਂ ਬਹੁਤ ਕੁਛ ਬੋਲਦੇ ਰਹਿੰਦੇ ਨੇ, ਚਲੋ ਕੋਈ ਨਹੀਂ, ਉਹ ਤਾਂ ਆਪਦੀ ਮਰਜ਼ੀ ਹੈ। ਤਾਂ ਕਦੇ ਮਹਿਸੂਸ ਨਹੀਂ ਹੋਇਆ ਤੁਹਾਨੂੰ ਜਦੋਂ ਸਪੀਚਸ ਸੁਣਦੇ ਰਹਿੰਦੇ ਹੋਵੋਗੇ ਪਹਿਲਾਂ ਵੀ ਚੋਣਾਂ ਦੇ ਵਿੱਚ, ਜਾਂ ਹੁਣ ਭੁਲਾਤੀਆਂ ਤੁਸੀਂ ਉਹ ਗੱਲਾਂ? ਨਹੀਂ, ਸਪੀਚਾਂ ਇਲੈਕਸ਼ਨ 'ਚ ਹਰੇਕ ਹੀ ਕਰਦਾ, ਹਰੇਕ ਇੱਕ ਦੂਜੇ ਦੇ ਖਿਲਾਫ ਬੋਲਦਾ, ਕਿਸੇ ਕੋਈ ਮਰਿਆਦਾ ਦੇ ਅੰਦਰ ਬੋਲਦਾ, ਕੋਈ ਅੰਦਰ ਬਾਹਰ ਬੋਲਦਾ। ਇਸ ਕਰਕੇ ਮੈਂ ਸਮਝਦਾ ਕਿ ਕਿਹੜੀ ਪਾਰਟੀ ਹੈ ਜਿਹੜੀ ਬਹੁਤ ਅੱਛੀ ਭਾਸ਼ਾ ਬੋਲਦੇ ਬੰਦੇ। ਕਿੰਨੇ ਕੁ ਪੋਲੀਟੀਕਲ ਬੰਦੇ ਤੁਹਾਨੂੰ ਲੱਭਣਗੇ ਜਿਹੜੇ ਬਹੁਤ ਅੱਛੀ ਭਾਸ਼ਾ ਬੋਲਦੇ, ਲੇਕਿਨ ਮੈਂ ਮਰਿਆਦਾ ਨਹੀਂ ਤੋੜੀ ਕਦੇ ਵੀ। ਤੁਹਾਡੇ ਦੌਰ ਦੇ ਲੀਡਰਸ ਐਸੀ ਭਾਸ਼ਾ ਕਦੇ ਨਹੀਂ ਵਰਤਦੇ ਸੀ? ਚਾਹੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਤੁਹਾਡੇ ਵਖਰੇਵੇਂ ਹੋਣਗੇ, ਬਹੁਤ ਵਾਰੀ ਐਸਾ ਹੋਇਆ ਕਿ ਭਾਸ਼ਾ ਦੀ ਮਰਿਆਦਾ ਰਹਿੰਦੀ ਰਹੀ ਹੈ। ਨਹੀਂ, ਪਹਿਲੇ ਜਿਹੜੇ ਇਕੱਲੇ ਪ੍ਰਕਾਸ਼ ਸਿੰਘ ਬਾਦਲ, ਕਾਂਗਰਸ ਦੇ ਵੀ ਲੀਡਰਸ ਰਹੇ, ਦਰਬਾਰਾ ਸਿੰਘ ਰਹੇ ਜਾਂ ਹੋਰ ਰਹੇ। ਮੈਂ ਜਦੋਂ 1972 'ਚ ਇਲੈਕਸ਼ਨ ਜਿੱਤ ਕੇ ਆਇਆ, ਪਹਿਲੀ ਵਾਰੀ MLA ਇੰਡੀਪੈਂਡੈਂਟ ਬਣ ਕੇ ਆਇਆ ਸੀ, ਉਦੋਂ ਤੋਂ ਲਾ ਕੇ ਮੈਂ ਮਤਲਬ ਜਿਹੜੇ ਉਦੋਂ ਲੀਡਰ ਸੀਗੇ, ਕਦੇ ਕੋਈ ਅਸੈਂਬਲੀ 'ਚ ਜਾਂ ਬਾਹਰ ਭਾਸ਼ਾ ਐਸੀ ਨਹੀਂ ਕਦੇ ਯੂਜ਼ ਕਰਦੇ ਸੀ ਜੋ ਹੁਣ ਤਾਂ ਅੰਦਰ ਵੀ ਅਸੈਂਬਲੀ 'ਚ ਥੋੜ੍ਹੀ ਭਾਸ਼ਾ ਯੂਜ਼ ਕਰਦੇ ਆ। ਫਾਉਲ ਭਾਸ਼ਾ ਕਿੰਨੀ ਬੋਲੀ ਜਾਂਦੀ। ਪਰ ਕੀ ਇਹ ਜਿਹੜੇ ਬਿਆਨ ਉਦੋਂ ਜੇ ਭਗਵੰਤ ਮਾਨ ਨੇ ਦਿੱਤੇ, ਆ ਤੁਸੀਂ ਕਹਿ ਰਹੇ ਹੋ ਬਿਆਨ ਸਿਰਫ ਚੋਣਾਂ ਵੇਲੇ ਦਿੱਤੇ ਜਾਂਦੇ ਆ, ਕੋਈ ਮਤਲਬ ਨਹੀਂ ਹੁੰਦਾ ਫਿਰ? ਸਿਰਫ ਲੋਕਾਂ ਨੂੰ ਉਦੋਂ ਪੋਪੂਲਿਜ਼ਮ ਵਾਸਤੇ ਬਿਆਨ ਦਿੱਤੇ ਜਾਂਦੇ ਇਹ? ਭਗਵੰਤ ਮਾਨ ਨੂੰ ਇਹ ਪੁੱਛੋ ਕਿ ਮੈਂ ਕਦੇ ਉਹਦੇ ਖਿਲਾਫ ਬਿਆਨ ਦਿੱਤਾ? ਇਲੈਕਸ਼ਨ ਤਾਂ ਮੇਰੇ ਖਿਲਾਫ ਲੜਿਆ ਹੋ, ਪਰ ਮੈਂ ਉਹਦੇ ਖਿਲਾਫ ਕੋਈ ਐਸੀ ਭਾਸ਼ਾ ਵਰਤੀ ਹੈ? ਅਗਰ ਉਹ ਦੱਸੇ ਵੀ ਮੈਂ ਆਹ ਭਾਸ਼ਾ ਕਿਤੇ ਵਰਤੀ ਹੈ, ਕਿਉਂਕਿ ਆਪਣਾ ਸੁਭਾਅ ਹੈ, ਮੈਂ ਕਦੇ ਨਹੀਂ ਭਾਸ਼ਾ ਯੂਜ਼ ਨਹੀਂ ਕੀਤੀ ਐਸੀ ਗਲਤ ਭਾਸ਼ਾ ਕਿਸੇ ਦੇ ਖਿਲਾਫ। ਅੱਗੇ ਹੋਰ ਤੁਸੀਂ ਕਹਿ ਰਹੇ ਸੀ ਮੀਡੀਆ ਨੂੰ ਕਿ ਇਸ ਵਾਰੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਕੋਈ ਸਿੰਗਲ ਪਾਰਟੀ ਨਹੀਂ ਜਿੱਤੂਗੀ, ਇਸ ਤਰ੍ਹਾਂ ਕਿਉਂ ਲੱਗਦਾ ਤੁਹਾਨੂੰ? ਗੱਠਜੋੜ ਕਿਉਂ ਜਿੱਤੂਗਾ? ਇਹ ਗੱਠਜੋੜ ਜਿੱਤੂਗਾ ਜਾਂ ਗੱਠਜੋੜ ਬਣੂਗਾ ਜਿੱਤਣ ਤੋਂ ਬਾਅਦ, ਲੇਕਿਨ ਇੱਕ ਪਾਰਟੀ ਦੀ ਸਰਕਾਰ ਨਹੀਂ ਬਣ ਸਕਦੀ, ਮੈਂ ਤੁਹਾਨੂੰ ਕਹਿ ਸਕਦਾ। ਉਹਦਾ ਕਾਰਨ ਕੀ ਹੈ? ਕਾਂਗਰਸ ਇਹ ਸਮਝ ਰਹੀ ਹੈ ਕਿ ਅਸੀਂ ਬਹੁਤ ਐਜ ਤੇ ਬੈਠੇ ਹਾਂ ਅੱਜ। ਦੇਖੋ, ਐਜ ਤੇ ਕਹੀ ਜਾਂਦੇ ਨਾ ਕਾਂਗਰਸ। ਕੈਪਟਨ ਸਾਹਿਬ ਤਾਂ ਉਦੋਂ ਜਦੋਂ ਪਹਿਲੀ ਵਾਰੀ ਚੀਫ ਮਿਨਿਸਟਰ ਸੀਗੇ, ਉਦੋਂ ਵੀ ਅਗਲੀ ਵਾਰੀ ਬਣਨ ਨੂੰ ਤਿਆਰ ਬੈਠੇ ਸੀ। ਉਹਨਾਂ ਨੂੰ ਤਾਂ ਪ੍ਰੈਸ ਬੁਲਾ ਲਈ ਸੀ, ਇਹਨਾਂ ਨੇ ਗਵਰਨਰ ਨੂੰ ਮਿਲਿਆ ਸੀ ਕਿ ਜੀ ਮੈਂ ਉੱਥੇ ਲੈਣੀ, ਦੱਸੋ ਟਾਈਮ, ਦੱਸੋ ਡੇਟ ਦੱਸੋ, ਅਤੇ ਪ੍ਰੈਸ ਆ ਗਿਆ ਸੀ ਕਿ ਆਓ ਮੈਂ ਹੁਣ ਜਿੱਤ ਰਿਹਾ, ਅਤੇ ਉਦੋਂ ਕਿੱਥੇ ਗਈ ਸੀ? ਇਸ ਕਰਕੇ ਇਸ ਵਕਤ ਲੋਕਾਂ ਦੇ ਅੰਦਰ ਚੌਥੇ ਫਰੰਟ ਦੀ ਇੱਛਾ ਲੋਕ ਰੱਖਦੇ ਨੇ। ਇਹ ਹੈ ਵੀ ਅਸੀਂ ਕਾਮਯਾਬ ਹੁੰਦੇ ਹਾਂ ਕਿ ਨਹੀਂ ਹੁੰਦੇ, ਚੌਥਾ ਫਰੰਟ ਬਣਾਉਣ 'ਚ ਵੱਖਰੀ ਗੱਲ ਹੈ, ਲੇਕਿਨ ਲੋਕਾਂ ਦੀ ਇੱਛਾ ਹੈ। ਜਿੰਨੇ ਲੋਕ ਮਿਲਦੇ ਨੇ ਉਹ ਕਹਿੰਦੇ ਅਸੀਂ ਸਾਰੇ ਇਕੱਠੇ ਹੋ ਕੇ ਅਗਰ ਲੜੋਗੇ ਅਤੇ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਹਰਾਉਂਗੇ, ਅਤੇ ਉਹਦੇ ਪਿੱਛੇ ਅਸੀਂ ਲੱਗੇ ਹੋਏ ਹਾਂ। ਬਾਕੀ ਵਾਹਿਗੁਰੂ ਨੇ ਕਰਨਾ। ਕੌਣ ਹੋ ਸਕਦਾ ਉਸ ਫਰੰਟ 'ਚ? ਤੁਹਾਡੇ ਮੁਤਾਬਕ ਕਿਹੜੇ ਚੰਗੇ ਚਿਹਰੇ ਤੁਹਾਨੂੰ ਲੱਗਦੇ ਆ? ਅਸੀਂ ਤਾਂ ਸਾਰਿਆਂ ਨੂੰ ਅਪਰੋਚ ਕਰਾਂਗੇ, ਅਸੀਂ ਲੈਫਟਿਸਟਾਂ ਨੂੰ ਵੀ ਕਰਾਂਗੇ, ਅਸੀਂ BSP ਨੂੰ ਵੀ ਕਰਾਂਗੇ, ਅਸੀਂ ਛੋਟੇ ਜਿਹੜੇ ਗਰੁੱਪ ਨੇ ਉਹਨਾਂ ਨੂੰ, ਗਾਂਧੀ ਜੀ ਹੋ ਗਏ, ਰਖੜਾ ਖਹਿਰਾ ਹੋ ਗਿਆ, ਬੈਂਸ ਭਰਾ ਹੋ ਗਏ, ਹੋਰ ਹੋ ਗਏ, ਅਸੀਂ ਤਾਂ ਸਾਰਿਆਂ ਨੂੰ ਕਹਾਂਗੇ ਵੀ ਭਾਈ ਜਿਹੜੇ ਸਾਡੇ ਫੈਡਰਲ ਸਿਸਟਮ ਨਾਲ ਆਉਂਦੇ ਨੇ ਵਿੱਚ, ਆਓ ਸਾਡੇ ਨਾਲ ਰਲ ਕੇ ਆਪਾਂ ਫਰੰਟ ਬਣਾਈਏ। ਪ੍ਰਤਾਪ ਸਿੰਘ ਬਾਜਵਾ ਹੋਣ, ਨਵਜੋਤ ਸਿੰਘ ਸਿੱਧੂ ਹੋਣ, ਕੋਈ ਵੀ ਹੋਵੇ, ਅਸੀਂ ਵੈਲਕਮ ਕਰਾਂਗੇ। ਜਿਹੜਾ ਸਾਡੇ ਇਸ ਇਸ਼ੂ ਨੂੰ ਲੈ ਕੇ ਸਾਡੇ ਨਾਲ ਤੁਰੇਗਾ। ਇਹ ਸ਼ੁਰੂਆਤ ਤੁਸੀਂ ਕਰੋਗੇ? ਇਨੀਸ਼ੀਏਟ ਤੁਹਾਡੀ ਪਾਰਟੀ ਕਰੂਗੀ? ਇਨੀਸ਼ੀਏਟ ਤਾਂ ਅਸੀਂ ਕਰਾਂਗੇ ਜੀ, ਸ਼੍ਰੋਮਣੀ ਅਕਾਲੀ ਦਲ ਹੀ ਕਰੂ। ਪਰ ਇਹਦੇ 'ਚ ਵੱਡੀ ਭੂਮਿਕਾ ਜਿਵੇਂ ਪਰਮਿੰਦਰ ਕਹਿ ਚੁੱਕੇ ਹੈ ਕਿ ਆਮ ਆਦਮੀ ਪਾਰਟੀ ਦੀ ਹੋਊਗੀ, ਜ਼ਰੂਰੀ ਨਹੀਂ ਕਿ ਬਾਕੀ ਸਹਿਮਤ ਹੋਣ ਇਸ ਗੱਲ ਦੇ ਨਾਲ ਕਿ ਆਮ ਆਦਮੀ ਪਾਰਟੀ ਵੱਡੀ ਭੂਮਿਕਾ ਚਾਹਵੇ? ਨਹੀਂ, ਹਮੇਸ਼ਾ ਕੋਲੀਸ਼ਨਾਂ 'ਚ ਇੱਕ ਗੱਲ ਹੁੰਦੀ ਹੈ, ਪਾਰਟੀ ਵੱਡੀ ਕੋਲੇ ਲੀਡਰਸ਼ਿਪ ਹੁੰਦੀ ਹੈ। ਇਸ ਵਕਤ ਸਾਡੀਆਂ ਨਵੀਂ ਪਾਰਟੀ ਹੈ, ਉਹ ਇਸ ਵਕਤ ਅਪੋਜੀਸ਼ਨ 'ਚ ਬੈਠੀ ਹੈ, ਲੀਡਿੰਗ ਰੋਲ ਅਦਾ ਕਰ ਰਹੀ ਹੈ, ਉਹ ਇਸ ਬੇਸ 'ਤੇ ਕਹਿੰਦਾ ਹੁਣ
ਢੀਂਡਸਾ ਸਾਹਿਬ, ਜੇ ਕਿਸਾਨੀ ਮੁੱਦਾ ਚੋਣਾਂ ਤੋਂ ਪਹਿਲਾਂ ਕਿਸੇ ਹੱਲ ਵੱਲ ਨਿਕਲ ਜਾਂਦਾ ਹੈ, ਫਿਰ ਬੀਜੇਪੀ ਇਸ ਕੋਅਲੀਸ਼ਨ 'ਚ ਤੁਹਾਡਾ ਹਿੱਸਾ ਹੋ ਸਕਦੀ ਹੈ? ਦੇਖੋ, ਬੀਜੇਪੀ ਦਾ ਇਸ ਸਟੇਜ ਤੇ ਪਹਿਲਾਂ ਤਾਂ ਇਹ ਨਹੀਂ ਹੈ ਵੀ ਜੇ ਕਿਸਾਨ ਖੁਸ਼ ਹੋਣਗੇ, ਕਿਸਾਨਾਂ ਦੀ ਮਦਦ ਅਸੀਂ ਕਹਿ ਰਹੇ ਹਾਂ ਵੀ ਕਿਸਾਨਾਂ ਨਾਲ ਖੜੇ ਹਾਂ, ਜਿੱਥੇ ਮਰਜ਼ੀ ਜਿਵੇਂ ਕਰਨਗੇ, ਤੇ ਕਿਸਾਨਾਂ ਨੇ ਕਰਨਾ ਫੈਸਲਾ, ਅਸੀਂ ਥੋੜ੍ਹਾ ਕਰਨਾ। ਚੀਜ਼ਾਂ ਲੇਟ ਨਹੀਂ ਹੋ ਜਾਣਗੀਆਂ? ਅਕਾਲੀ ਦਲ ਨੇ ਤਾਂ ਤੁਸੀਂ ਦੇਖੋ ਕਿ ਅਨਾਉਂਸ ਕਰਨੇ ਸ਼ੁਰੂ ਕਰਤੇ, 5 ਕੈਂਡੀਡੇਟ ਅਕਾਲੀ ਦਲ ਅਨਾਉਂਸ ਵੀ ਕਰ ਚੁੱਕਿਆ ਹੁਣ ਤੱਕ। ਉਹਦਾ ਦੇਖਦੇ ਹੁਣ ਕਿੰਨਾ ਕੁ ਫਾਇਦਾ ਹੁੰਦਾ। ਤਾਂ ਤੁਹਾਡਾ ਤਜਰਬਾ ਕੀ ਕਹਿੰਦਾ ਹੈ ਜੀ? ਮੇਰਾ ਤਜਰਬਾ ਤਾਂ ਇਹ ਕਹਿੰਦਾ ਵੀ ਇਹ ਤੇ ਨੁਕਸਾਨ ਹੀ ਹੋਏਗਾ ਉਹਨਾਂ ਨੂੰ, ਕਿਉਂਕਿ ਤੁਸੀਂ ਦੇਖ ਲੈਣਾ, ਟਾਈਮ ਦੱਸੂਗਾ ਤੁਹਾਨੂੰ। ਆਖਰੀ ਸਵਾਲ ਹੈ ਮੇਰਾ, ਕਦੇ ਉਸ ਤੋਂ ਬਾਅਦ ਜਦੋਂ ਤੋਂ ਤੁਸੀਂ ਪਾਰਟੀ ਛੱਡਦੇ ਹੋ, ਆਪਣੀ ਪਾਰਟੀ ਬਣਾਉਂਦੇ ਹੋ, ਇੱਕ ਬੜਾ ਲੰਮਾ ਸਮਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਨਾਲ ਤੁਹਾਡੀ ਨਿੱਜੀ ਸਾਂਝ ਰਹੀ ਹੈ, ਕਦੇ ਸਿਆਸਤ ਤੋਂ ਇਲਾਵਾ ਉੱਠ ਕੇ ਗੱਲਬਾਤ ਹੋਈ ਜਾਂ ਕਦੇ ਕੋਈ ਇੱਕ ਦੂਜੇ ਤੇ ਫੋਨ ਤੇ ਗੱਲ ਹੋਈ ਤੁਹਾਡੀ? ਇੱਕ ਵਾਰੀ ਉਹਨਾਂ ਦਾ ਫੋਨ ਆਇਆ ਸੀ ਜਦੋਂ ਮੈਨੂੰ ਪਦਮ ਭੂਸ਼ਣ ਮਿਲਿਆ, ਮੈਨੂੰ ਵਧਾਈ ਦਿੱਤੀ ਸੀ ਨਾ। ਉਸ ਤੋਂ ਬਾਅਦ ਉਹਨਾਂ ਦਾ ਕਦੇ ਇਹ ਨਾ ਮੈਂ ਕੀਤਾ। ਇੰਨੀ ਖਟਾਸ ਆ ਗਈ ਮਨ 'ਚ? ਨਹੀਂ, ਖਟਾਸ ਕੀ, ਜਦੋਂ ਛੱਡ ਹੀ ਦਿੱਤੇ ਉਦੋਂ ਗੱਲ ਮੁੱਕੀ। ਉਹਨਾਂ ਦਾ ਵੀ ਮੁੱਕ ਗਿਆ ਉੱਥੋਂ, ਉਹਨਾਂ ਦੇ ਪਰਿਵਾਰ ਨੇ ਕੰਟਰੋਲ ਕਰ ਲਿਆ, ਉਹਨਾਂ ਦੀ ਆਪਦੀ ਕੋਈ ਗੱਲ ਵੀ ਨਹੀਂ ਰਹੀ। ਆਪ ਵੀ ਪੋਲੀਟਿਕਸ ਹੁਣ ਹੈ ਹੀ ਨਹੀਂ ਉਹ ਕਿਸਮ ਦੇ। ਬਹੁਤ ਸਾਰੀ ਨਿੱਜੀ ਯਾਦਾਂ ਹੋਣਗੀਆਂ। ਉਹਨਾਂ ਦੀ ਲੜਕੀ ਦੇ ਆਪਦੀ ਭੈਣ ਦੇ ਖਿਲਾਫ ਕੈਂਡੀਡੇਟ ਖੜਾ ਕਰ ਸਕਦਾ ਹੈ ਅਨਾਉਂਸ ਕੀਤੇ ਹੋਏ ਤੋਂ, ਤੇ ਹੁਣ ਦੇਖ ਲਓ ਪਰਿਵਾਰ ਦਾ ਕੀ ਹਾਲ ਹੋਏਗਾ। ਦੁੱਖ ਹੁੰਦਾ ਕਦੇ ਤੁਹਾਨੂੰ ਕਿ ਬਹੁਤ ਚੰਗਾ ਸਮਾਂ ਨਾਲ ਬਤੀਤ ਕੀਤਾ, ਉਸ ਤਰ੍ਹਾਂ ਨਹੀਂ ਰਹੀਆਂ ਚੀਜ਼ਾਂ? ਦੇਖੋ, ਗੱਲ ਸਾਨੂੰ ਦੁੱਖ ਇਸ ਚੀਜ਼ ਦਾ ਹੁੰਦਾ, ਬਾਦਲ ਸਾਹਿਬ ਨਾਲ ਬਹੁਤ ਲੰਮਾ ਸਮਾਂ ਰਹੇ ਹਾਂ, ਬੜੀਆਂ ਜੇਲ੍ਹਾਂ ਕੱਟੀਆਂ, ਬੜੀਆਂ ਕੁਰਬਾਨੀਆਂ ਕੀਤੀਆਂ। ਇੰਨੀਆਂ ਜੇਲ੍ਹਾਂ ਵੀ ਕੱਟੀਆਂ ਜਿੱਥੇ 6-6 ਮਹੀਨੇ ਸਾਨੂੰ ਕੋਈ ਮਿਲ ਨਹੀਂ ਦਿੱਤਾ, ਇਕੱਲਿਆਂ ਨੂੰ ਰੱਖਿਆ। ਲੇਕਿਨ ਜਦੋਂ ਬਾਦਲ ਸਾਹਿਬ ਫੈਮਿਲੀ ਨੇ ਇੰਨਾ ਘੇਰ ਲਏ ਕਿ ਬਾਕੀ ਆਪਣੇ ਸਾਥੀਆਂ ਨੂੰ ਛੱਡਣਾ ਸ਼ੁਰੂ ਕਰਤਾ। ਅਸੀਂ ਜਦੋਂ ਬਾਦਲ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਆ ਕੇ ਘੇਰੇ ਸੀ, ਇਹ ਸਾਰੀਆਂ ਪਾਰਟੀਆਂ ਇਕੱਠੀਆਂ ਸੀ, ਮਾਨ, ਬਾਦਲ, ਬਰਨਾਲਾ, ਅਮਰਿੰਦਰ ਸਿੰਘ, ਟੌੜਾ ਸਾਹਿਬ, ਹੋਰ ਸਾਰੇ ਜਿਹਨੇ ਇਕੱਠੇ ਸੀ। ਲੇਕਿਨ ਸਾਡੀ 5 ਮੈਂਬਰੀ ਕਮੇਟੀ ਬਣਾਈ ਸੀ, ਮੈਂ, ਬਰਨਪੁਰਾ, 3 ਵਿਚਾਰੇ ਡੈਥ ਹੋ ਗਈ, ਗੁਰਦੇਵ ਬਾਦਲ ਦੀ ਤੇ ਪ੍ਰਕਾਸ਼ ਸਿੰਘ ਮਜੀਠੇ ਦੀ, 5ਵਾਂ ਵਡਾਲਾ ਦੀ। ਇਹ 5 ਬੰਦੇ ਤਾਂ ਅਸੀਂ ਸੀਗੇ ਜਿਹੜੇ ਇਹ ਅਗਿਆਤਵਾਸ ਗਏ ਨੇ, ਸਾਨੂੰ ਦੇ ਕੇ ਤੇ ਮੈਨੂੰ ਕਨਵੀਨਰ ਬਣਾ ਗਏ ਸੀ। ਮੇਰਾ ਮਤਲਬ ਅੱਜ ਕੋਈ ਵੀ ਉਹਨਾਂ ਨਾਲ ਨਹੀਂ। ਉਹਨਾਂ ਦਾ ਗੁਰਦੇਵ ਵਿਚਾਰਾ ਬਿਮਾਰ ਹੋ ਕੇ ਮਰ ਗਿਆ, ਉਹਦਾ ਪਤਾ ਨਹੀਂ ਕਿਸੇ ਨੇ ਲਿਆ। 2 ਬੰਦੇ ਚਲੇ ਗਏ ਬਡਾਲੇ ਦਾ, ਤੁਸੀਂ ਹਾਲ ਦੇਖ ਹੀ ਲਿਆ ਸੀ ਕੀ ਕੀਤਾ ਸੀ। ਬਰਨਪੁਰਾ ਤੇ ਮੇਰਾ ਤੁਸੀਂ ਆਪ ਦੇਖ ਰਹੇ ਹੋ। ਪਰ ਇੱਥੇ ਆਏ ਜਦੋਂ ਰੈਲੀ ਕੀਤੀ, ਬਾਦਲ ਸਾਹਿਬ ਨੇ ਕਿਹਾ ਕਿ ਢੀਂਡਸਾ ਸਾਹਿਬ ਜੇ ਹਾਰ ਕੇ ਵੀ ਆਉਂਦੇ ਸੀ ਤਾਂ ਮੈਂ ਪਹਿਲਾਂ ਫੋਨ ਤੇ ਉਹਨਾਂ ਨੂੰ ਕਹਿ ਦਿੰਦਾ ਸੀ, ਗੱਡੀ 'ਚ ਬੈਠੇ ਵੀ ਘਬਰਾਓ ਨਾ, ਤੁਹਾਨੂੰ ਰਾਜ ਸਭਾ ਭੇਜ ਦਿਆਂਗੇ, ਜਾਂ ਅਗਲੀ ਟਿਕਟ ਤੁਹਾਡੀ ਫਿਰ ਪੱਕੀ ਹੈ, ਅਗਲਾ ਇਲੈਕਸ਼ਨ ਫਿਰ ਪੱਕਾ ਹੈ। ਮੈਂ ਉਦੋਂ ਰਾਜ ਸਭਾ 'ਚ ਸੀ ਜਦੋਂ ਹਾਰਿਆ, ਮੇਰੀ ਟਰਮ ਉਦੋਂ ਰਹਿੰਦੀ ਸੀ ਰਾਜ ਸਭਾ 'ਚ। ਮੈਂ ਰਾਜ ਸਭਾ 'ਚ ਸੀ, ਬਲਕਿ ਮੇਰੀ ਤੁਸੀਂ ਦੇਖ ਲਓ, ਮੈਂ ਹਾਰ ਗਿਆ ਲੋਕ ਸਭਾ, ਰਾਜ ਸਭਾ ਵਿੱਚ ਮੈਂ ਹੈਗਾ ਸੀ। ਬਾਦਲ ਸਾਹਿਬ ਆਏ ਨੇ ਅਫਸੋਸ ਕਰਨ ਇੱਥੇ, ਤੇ ਮੈਨੂੰ ਕਹਿੰਦੇ, ਮੈਂ ਕਿਹਾ ਕਹਿੰਦੇ ਅਫਸੋਸ ਬੜਾ, ਮੈਂ ਜੀ ਤਾਂ ਤੇ ਪਾਰਟ ਆਫ ਦੀ ਗੇਮ, ਹਾਰ ਜਿੱਤ ਤਾਂ ਬਣੀ ਆਈ ਹੈ, ਕੋਈ ਐਸਾ ਕੈਂਡੀਡੇਟ ਨਹੀਂ ਦੇਖਿਆ ਹੋਣਾ ਜਿਹੜਾ ਕਦੇ ਇੱਕ ਵਾਰੀ ਵੀ ਨਾ ਹਾਰਿਆ ਹੋਵੇ। ਨੰਬਰ 2, ਕੋਈ ਗੱਲ ਨਹੀਂ, ਮੈਨੂੰ ਕਹਿੰਦੇ ਫਿਰ ਮਿਨਿਸਟਰੀ ਦਾ ਕੀ ਕਰੀਏ। ਮੈਂ ਦੇਖੋ ਬਾਦਲ ਸਾਹਿਬ, ਮੈਂ ਕੋਈ ਕੈਂਡੀਡੇਟ ਨਹੀਂ, ਕਿਉਂਕਿ ਮੈਂ ਮੋਰਲੀ ਸਮਝ ਲਿਆ ਕਿ ਮੈਂ ਲੋਕ ਸਭਾ ਦੀ ਇਲੈਕਸ਼ਨ ਹਾਰ ਗਿਆ, ਭਾਵੇਂ ਮੈਂ ਰਾਜ ਸਭਾ 'ਚ ਹੈਗਾ, ਪਰ ਮੈਂ ਨਹੀਂ ਕੈਂਡੀਡੇਟ ਹੈਗਾ। ਕਹਿੰਦੇ ਫਿਰ ਕਿਹਨੂੰ? ਮੈਂ ਬਰਨਪੁਰਾ ਜੀ ਸੀਨੀਅਰ ਨੇ, ਹੁੰਦਰ ਸਾਹਿਬ ਨੇ, ਤੇ ਚੰਦੂ ਬਾਜਰਾ, ਇਹ 3 ਨੇ। ਇਹਨਾਂ 'ਚੋਂ ਦੇਖ ਲਓ ਜੇ ਤੁਹਾਨੂੰ ਪਸੰਦ ਆਉਂਦਾ। ਔਰ ਤੁਸੀਂ ਹੈਰਾਨ ਹੋਵੋਗੇ, ਮੈਂ ਵੀ ਇਹ ਵੀ ਕਹਦਾ ਮੈਂ ਬੀਬਾ ਜੀ ਦਾ ਕੀ ਹੈ। ਨਾ ਜੀ, ਸਵਾਲ ਹੀ ਪੈਦਾ ਨਹੀਂ ਹੁੰਦਾ ਬੀਬਾ ਜੀ ਦਾ, ਸਵਾਲ ਹੀ ਪੈਦਾ ਨਹੀਂ ਹੁੰਦਾ। ਬਣੇ ਬੀਬਾ ਜੀ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰ ਲੈਂਦੇ ਸੀ? ਮੈਂ ਤਾਂ ਸਮਝਦਾ ਦਿਲ ਦੀਆਂ ਗੱਲਾਂ ਉਹ ਕਿਸੇ ਨਾਲ ਵੀ ਨਹੀਂ ਕਰਦੇ ਸੀ। ਗੱਲਾਂ ਬਹੁਤ ਕਰ ਲੈਂਦੇ ਸੀ, ਜਿਹੜੇ ਅਸਲੀ ਦਿਲ ਦੀ ਗੱਲ ਹੁੰਦੀ ਸੀ ਉਹ ਨਹੀਂ ਮੇਰੇ ਖਿਆਲ ਕਿਸੇ ਨਾਲ ਕਰਦੇ, ਕਿਉਂਕਿ ਉਹਨਾਂ ਦੀ ਬਾਈ ਵੀ ਇਹ ਮੈਨੂੰ ਕਹਿੰਦੀ, 1-2 ਵਾਰੀ ਮਿਲਦੇ ਰਹਿੰਦੇ, ਕਹਿੰਦੇ ਤੁਸੀਂ ਦੱਸੋ, ਤੁਸੀਂ ਕੰਮ ਕਰਾਓ ਜੀ ਸਾਡਾ ਫਲਾਣਾ। ਕਹਿੰਦੇ ਸਾਡੇ ਨਾਲ ਤਾਂ ਦੱਸਦੇ ਹੀ ਨਹੀਂ ਸਾਨੂੰ ਤਾਂ ਕੁਛ। ਤੁਹਾਨੂੰ ਅੱਜ ਕਿਸ ਤਰ੍ਹਾਂ ਮਹਿਸੂਸ ਹੁੰਦਾ? ਤੁਸੀਂ ਕਹਿ ਰਹੇ ਸੀਗੇ ਕਿ ਹੁਣ ਉਹ ਪੋਲੀਟੀਕਲੀ ਐਕਟਿਵ ਨਹੀਂ ਰਹਿ ਗਏ, ਉਹ ਵੀ ਘਰ ਬੈਠੇ ਨੇ।
ਦੇਖੋ, ਮੈਂ ਬਾਲ ਸਾਹਿਬ ਜਿਉਂਦਿਆਂ ਕਦੇ ਪੁੱਛੂੰਗੀ, ਮੇਰੇ ਨਾਲ ਇੱਕ ਬੈਠੇ ਸੀ, ਦੋਨੋਂ ਬੈਠੇ ਸੀ। ਮੈਂ ਬਾਲ ਸਾਹਿਬ, ਸਾਡੀ ਬਦਕਿਸਮਤੀ ਇਹ ਹੈ ਕਿ ਸਿੱਖ ਲੀਡਰ ਕੋਈ ਵੀ ਇੱਜ਼ਤ ਨਾਲ ਨਹੀਂ ਗਿਆ। ਮੈਂ ਪ੍ਰਧਾਨਾਂ ਦੇ ਨਾਲ ਹੈ, ਮਾਸਟਰ ਤਾਰਾ ਸਿੰਘ ਤੋਂ ਸ਼ੁਰੂ ਕਰਕੇ, ਮੈਂ ਇੱਕ ਵੀ ਬੰਦਾ, ਇੱਕ ਵੀ ਪ੍ਰਧਾਨ ਹੈ ਜਿਹੜਾ ਬਹੁਤ ਇੱਜ਼ਤ ਨਾਲ ਨਹੀਂ ਕਦੇ ਤੋਰਿਆ। ਲੇਕਿਨ ਤੁਸੀਂ ਕੈਸੇ ਸੀ, ਮੈਨੂੰ ਲੱਗਦਾ ਵੀ ਬਹੁਤ ਇੱਜ਼ਤ ਨਾਲ ਜਾਣ ਦੇ ਹੱਕਦਾਰ ਰੱਖਦੇ ਸੀ। ਪਰ ਮੈਨੂੰ ਇਹ ਲੱਗਦਾ ਕਿ ਹੌਲੀ ਹੌਲੀ ਸਾਡਾ ਵੀ ਕੰਮ ਢਿੱਲਾ ਹੁੰਦਾ ਜਾ ਰਿਹਾ। ਪੁੱਛ ਲਿਓ ਤੁਸੀਂ। ਮੈਂ ਹੱਸ ਪਏ ਤੇ ਮੈਂ ਕਿਹਾ ਚਲੋ ਠੀਕ ਹੈ। ਮੈਂ ਵੀ ਇੱਕ ਟੂਕ ਹੀ ਮਿਲਾਈ ਸੀ ਨਾ, ਮੈਨੂੰ ਇਹ ਲੱਗਦਾ ਵੀ ਉਸ ਪਾਸੇ ਨੂੰ ਆਪਣਾ ਵੀ ਕੰਮ ਤੁਰਿਆ ਹੋਇਆ। ਇਸ ਕਰਕੇ ਕੁਦਰਤੀ ਹੈ ਕਿ ਸਿੱਖਾਂ ਦੀ ਬਦਕਿਸਮਤੀ ਹੈ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ, ਕਿ ਕੋਈ ਵੀ ਪ੍ਰਧਾਨ ਇੱਜ਼ਤ ਨਾਲ ਅਸੀਂ ਤੋਰੇ ਹੀ ਨਹੀਂ। ਮਾਸਟਰ ਤਾਰਾ ਸਿੰਘ ਤੋਂ ਲਾ ਕੇ ਉਦੋਂ ਪਹਿਲਾਂ ਤੁਹਾਨੂੰ ਪਤਾ ਨਹੀਂ ਵੀ ਇਹ ਦੁਖਾਂਤ ਹੈ, ਦੁਖਾਂਤ ਹੈ, ਬਹੁਤ ਵੱਡਾ ਦੁਖਾਂਤ ਹੈ। ਇੰਨੀ ਮਾਸਟਰ ਤਾਰਾ ਸਿੰਘ ਨੇ 30-35 ਸਾਲ ਸਿੱਖਾਂ ਦੇ ਦਿਲਾਂ 'ਤੇ ਰਾਜ ਕੀਤਾ ਸੀ, ਲੇਕਿਨ ਗਲਤੀ ਕਰ ਬੈਠਿਆ ਤੇ ਸੰਤ ਫਤਿਹ ਸਿੰਘ ਆ ਕੇ ਕਾਬਜ ਹੋ ਗਿਆ ਤੇ ਉਹਨੇ SGPC ਲੈ ਲਈ। ਸੰਤ ਫਤਿਹ ਸਿੰਘ ਨੇ ਵੀ ਉਹੀ ਗਲਤੀ ਕੀਤੀ, ਉਹਨੂੰ ਵੀ, ਉਹ ਵੀ ਬਾਹਰ ਮੰਜੇ ਤੇ ਬੈਠਾ ਸੀ ਪਿਆ, ਉਹ ਵੀ ਜਲਦੀ ਕਹਿੰਦੇ ਮੈਨੂੰ ਅਧਿਕਾਰ ਨਹੀਂ ਦੇਣੇ, ਕਹਿੰਦੇ ਤੈਨੂੰ ਨਹੀਂ ਅਧਿਕਾਰ ਦੇਣੇ ਲੀਡਰ ਚੁਣਨ ਦੇ। ਪਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਹਿਲਾਂ ਬੋਲ ਸਕਦੇ ਸੀ, ਬੇਅਦਬੀ ਹੋਈ ਬੋਲ ਸਕਦੇ ਸੀ, ਮਾਫੀ ਦਿੱਤੀ ਗਈ ਡੇਰਾ ਮੁਖੀ ਨੂੰ, ਉਦੋਂ ਬੋਲ ਸਕਦੇ ਸੀਗੇ, 5 ਸਿੰਘ ਸਾਹਿਬਾਨ ਮੁਅੱਤਲ ਹੁੰਦੇ, ਤੁਸੀਂ ਬੋਲ ਸਕਦੇ ਸੀਗੇ ਉਦੋਂ। ਬੋਲੇ ਜੀ, ਬੋਲੇ। ਅਸੀਂ ਅੰਦਰ ਬੈਠ ਕੇ ਪਾਰਟੀ ਦੇ ਅੰਦਰ ਬੋਲੇ। ਤੁਹਾਨੂੰ ਸ਼ਾਇਦ ਪੁੱਛ ਲਓ, ਜਿੰਨੀ ਵਾਰੀ ਮਿਲਦੇ ਅਸੀਂ ਬਾਲ ਸਾਹਿਬ ਨੂੰ ਕਹਿੰਦੇ ਕੀ ਹੋਇਆ ਉਸ ਕੇਸ ਦਾ, ਬਾਈਬਲ ਕਲਾਂ ਵਾਲੇ ਦਾ। ਉਹ ਸਿੱਟ ਬਣਾਤੀ ਹੈ ਜੀ, ਮੈਂ ਬੜਾ ਕੱਸਿਆ ਉਹਨਾਂ ਨੂੰ, ਜਲਦੀ ਉਹਦਾ ਫੈਸਲਾ ਕਰਾ ਕੇ ਉਹਨੂੰ ਸਜ਼ਾਵਾਂ ਵੀ ਦੇਵਾਂਗੇ, ਉਹਨੂੰ ਪੂਰਾ ਕਰਾਂਗੇ। ਅਤੇ ਇਸ ਤੋਂ ਇਲਾਵਾ ਇਹ ਵੀ ਸੀ ਕਿ ਇੱਕ ਵੀ ਵਾਰੀ ਐਸੀ ਨਹੀਂ ਹੋਈ ਜਿੱਥੇ ਅਸੀਂ ਨਹੀਂ ਆਵਾਜ਼। ਜਥੇਦਾਰ ਸਾਹਿਬ ਜਿਉਂਦੇ ਹੈ, ਜਥੇਦਾਰ ਸਾਹਿਬ ਦਾ ਟੈਲੀਫੋਨ ਉਦੋਂ ਆਇਆ ਜਦੋਂ ਰੌਲਾ ਪੈ ਗਿਆ। ਮੈਨੂੰ ਕਹਿੰਦੇ ਢੀਂਡਸਾ ਸਾਹਿਬ ਕੀ, ਮੈਂ ਤੁਸੀਂ ਗਲਤ ਕੀਤਾ, ਕਹਿੰਦੇ ਕਰਾਇਆ ਗਿਆ। ਮੈਂ ਪਹਿਲਾਂ ਨਹੀਂ ਤੁਸੀਂ ਦੱਸਿਆ ਜੀ। ਹੁਣ ਕਿਸ ਤੋਂ ਕਰਾਇਆ ਗਿਆ? ਨਹੀਂ, ਮੈਂ ਕਿਹਾ ਪ੍ਰੈਸ਼ਰ ਸੀ ਸਾਡੇ 'ਤੇ, ਇਹ ਕਿਹਾ ਮੈਂ ਕਿਹਾ ਹੁਣ ਫਿਰ ਹੁਣ ਕਿਉਂ ਗੱਲ ਕਰਦੇ ਹੋ, ਪਹਿਲਾਂ ਕਰਦੇ ਜਦੋਂ ਪ੍ਰੈਸ਼ਰ ਸੀ, ਤੁਸੀਂ ਤਾਂ ਹੁਣ ਗੱਲ ਕਰਨ ਲੱਗੇ ਹੋ। ਕਦੇ ਢੀਂਡਸਾ ਸਾਹਿਬ ਜਜ਼ਬਾਤੀ ਹੋਏ ਹੋ ਚੀਜ਼ਾਂ ਨੂੰ, ਪੁਰਾਣੇ ਆਪਦੇ ਦੌਰ ਨੂੰ ਯਾਦ ਕਰਕੇ, ਜਦ ਪਾਰਟੀ ਬਣਾਉਣੀ ਪਈ, ਟੁੱਟਣਾ ਪਿਆ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ? ਦੇਖੋ, ਦੁੱਖ ਇਸ ਗੱਲ ਦਾ ਮੈਨੂੰ ਇਹ ਨਹੀਂ ਹੈ, ਹਾਲਾਂਕਿ ਜਿੱਦਣ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਿਆ, ਬਾਦਲ ਸਾਹਿਬ ਨੇ ਸਾਨੂੰ ਕਿਹਾ, ਮੈਨੂੰ ਤੇ ਬਰਮਪੁਰਾ ਜੀ ਨੂੰ, ਕਿ ਤੁਸੀਂ ਇੱਕ ਜਾਣਾ ਪਹਿਲਾਂ ਸਾਰਿਆਂ ਨੂੰ ਮਿਲ ਕੇ ਕਿ ਯਾਰ ਮੁੰਡਾ ਨਵਾਂ ਆਇਆ, ਇਹਨੂੰ ਦੇਖ ਲਓ, ਤੁਹਾਡੀਆਂ ਵੀ ਉਮਰਾਂ ਖਾਧੀ ਬੈਠੇ ਹੋ, ਮੈਂ ਵੀ ਖਾਈ ਬੈਠਾ, ਅਤੇ ਮੈਥੋਂ ਹੁਣ ਦੋ ਨਹੀਂ ਚੱਲਦੇ। ਅਸੀਂ ਵੀ ਸੋਚਿਆ ਵੀ ਚਲੋ ਜੇ ਚੱਲ ਪਏ ਤਾਂ ਤੁਹਾਨੂੰ ਕੀ ਇਤਰਾਜ਼ ਹੈ। ਅਤੇ ਸਾਡੇ 'ਚੋਂ ਇੱਕ ਜਾਣੇ ਨੇ ਪ੍ਰਪੋਜ਼ ਕੀਤਾ, ਦੂਜੇ ਨੇ ਸੈਕਿੰਡ ਕੀਤਾ, ਬਲਕਿ ਤੀਸਰੇ ਕੈਪਟਨ ਕਮਲਜੀਤ ਨੇ ਵੀ ਸੈਕਿੰਡ ਕੀਤਾ। ਅਪੋਜ਼ ਵੀ ਕੀਤਾ ਕਿਸੇ ਨੇ? ਨਹੀਂ, ਅਪੋਜ਼ ਕਿਸੇ ਨੇ ਨਹੀਂ ਕੀਤਾ, ਅਪੋਜ਼ ਕਿਸੇ ਨੇ ਨਹੀਂ ਉਸ ਟਾਈਮ ਕੀਤਾ। ਲੇਕਿਨ ਅਗਰ ਉਹ 5 ਸਾਲ ਠੀਕ ਵੀ ਲਿਆ, ਉਸ 5 ਸਾਲ 'ਚ ਕੁਛ ਨਹੀਂ ਉਹਨੇ ਐਸੀ ਗੱਲ ਨਹੀਂ ਕੀਤੀ ਕੋਈ ਜਿਹਨੂੰ ਅਸੀਂ ਇਹ ਕਹਿ ਸਕੀਏ ਬਈ ਪਾਰਟੀ ਡੰਡੀ। ਜਦੋਂ ਉਹਦੇ ਕੋਲ ਪਾਵਰਾਂ ਆ ਗਈਆਂ, ਦੂਸਰੀ ਵਾਰੀ ਡਿਪਟੀ CM ਬਣ ਗਿਆ, ਇੱਕ ਕਿਸਮ ਦਾ CM ਉਹੀ ਸੀ। ਉਦੋਂ ਬਾਅਦ ਉਹਨੇ ਕੋਈ ਲੀਡਰਸ਼ਿਪ ਦੀ ਕੁਛ ਨਹੀਂ। ਹਾਲਾਂਕਿ ਦੇਖੋ, ਅੱਜ ਉਹਦੀ ਪਿੱਠ ਸੁਣਦੀ ਹੈ, ਮੇਰੇ ਹਮੇਸ਼ਾ ਪਿਆਰ ਸਤਿਕਾਰ ਦਿੰਦਾ ਰਿਹਾ, ਮੈਨੂੰ ਇਹ ਨਹੀਂ ਹੈ, ਪਰ ਲੇਕਿਨ ਪਿਆਰ ਸਤਿਕਾਰ ਨੂੰ ਕੀ ਕਰੋਗੇ ਜੀ, ਜਦੋਂ ਪਤਾ ਵੀ ਪਾਰਟੀ ਕਿਸ ਪਾਸੇ ਜਾ ਰਹੀ ਹੈ, ਪਾਰਟੀ 'ਚ ਕੀ ਹੋ ਰਿਹਾ। ਗੱਲ ਤਾਂ ਵੱਡੀ ਪਾਰਟੀ ਦੀ ਹੈ, ਤੁਹਾਡੀ ਇੰਡੀਵਿਜੂਅਲ ਦੀ ਨਹੀਂ ਹੈ। ਇੰਡੀਵਿਜੂਅਲ ਤਾਂ ਕੀ ਹੋ ਸਕਦਾ ਜਦ ਪਾਰਟੀ ਨੁਕਸਾਨ। ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਹੈ ਜਿਹਦੀਆਂ ਐਡੀਆਂ ਵੱਡੀਆਂ ਕੁਰਬਾਨੀਆਂ ਦਾ ਇਤਿਹਾਸ ਹੈ, ਅਤੇ ਉਸ ਪਾਰਟੀ ਨੂੰ ਜਦੋਂ ਢਾਹ ਲੱਗੀ ਹੋਵੇ, ਉਦੋਂ ਬੰਦੇ ਦੇ ਮਨ 'ਚ ਆਉਂਦਾ ਵੀ ਯਾਰ ਛੱਡੋ, ਹੁਣ ਆਪਾਂ ਇਹ ਚੱਲ ਨਹੀਂ ਸਕਦਾ। ਢੀਂਡਸਾ ਸਾਹਿਬ, ਆਖਰੀ ਸਵਾਲ ਹੈ ਮੇਰਾ, ਸਵੇਰ ਜੋ ਅੱਜ ਘਟਨਾ ਜਿਸ ਤਰ੍ਹਾਂ ਹੋ ਰਹੀਆਂ ਉਸੇ 'ਤੇ ਵਾਪਸ ਆਉਣਾ, ਬਿਲਕੁਲ ਆਖਰੀ ਸਵਾਲ, ਕਿ ਕੀ ਤੁਹਾਨੂੰ ਲੱਗਦਾ ਤੁਹਾਡੀ ਪਾਰਟੀ ਸੰਗਰੂਰ ਤੱਕ ਸੀਮਤ ਰਹਿ ਗਈ, ਪੰਜਾਬ 'ਚ ਨਹੀਂ ਤੁਸੀਂ ਫੈਲ ਸਕੇ, ਉਹਨਾਂ ਵੱਡਾ ਢਾਂਚਾ ਨਹੀਂ ਬਣਾ ਸਕੇ, ਤਾਂ ਅੱਜ ਤੁਹਾਨੂੰ ਗਠਜੋੜ ਦੀ ਲੋੜ ਹੈ ਜਾਂ ਕਿਸੇ ਦੇ ਨਾਲ ਜੁੜਨ ਦੀ ਲੋੜ ਹੈ? ਇੱਕ ਸਮਝ ਲਓ,
ਕੱਲਾ ਸੰਗਰੂਰ 'ਚ ਨਹੀਂ, ਸਾਡਾ ਬਹੁਤ ਬੜੇ ਢਾਂਚੇ ਬਣ ਗਏ ਨੇ ਬਹੁਤੇ ਜ਼ਿਲ੍ਹਿਆਂ 'ਚ। ਠੀਕ ਹੈ, ਵੈਸੇ ਅਸੀਂ ਅਜੇ ਤਰਨਤਾਰਨ ਤੋਂ ਪਹਿਲਾਂ ਅੰਮ੍ਰਿਤਸਰ ਤੇ ਗੁਰਦਾਸਪੁਰ 'ਚ ਵੀ ਸਾਡਾ ਬਣ ਗਿਆ ਢਾਂਚਾ, ਤਰਨਤਾਰਨ 'ਚ ਵੀ ਬਣ ਗਿਆ, ਅੰਮ੍ਰਿਤਸਰ ਨਹੀਂ ਬਣਿਆ ਅਜੇ ਤੱਕ। ਤੇ ਹੁਸ਼ਿਆਰਪੁਰ ਬਣ ਗਿਆ, ਮਾਨਸਾ ਬਣ ਗਿਆ, ਬਠਿੰਡਾ ਬਣ ਗਿਆ, ਕੋਈ ਐਸਾ ਜ਼ਿਲ੍ਹਾ ਨਹੀਂ ਰਿਹਾ। ਇਹ ਠੀਕ ਹੈ ਵੀ ਇਹ ਬੋਰਡ ਫਾਜ਼ਿਲਕਾ ਨਹੀਂ ਅਸੀਂ ਅਜੇ ਹੱਥ ਲਾਇਆ, ਤੇ ਸਾਡੇ ਸਾਰੇ ਢਾਂਚੇ ਬਣੇ ਹੋਏ ਨੇ। ਇਹ ਵਿਨੇਬਿਲਟੀ ਵਾਲਾ ਢਾਂਚਾ ਹੈ ਜਾਂ ਫਿਰ ਅਕਾਲੀ ਦਲ ਨੂੰ ਢਾਹ ਲਾਉਣ ਵਾਲਾ ਢਾਂਚਾ? ਨਹੀਂ, ਵਿਨੇਬਿਲਟੀ ਵਾਲਾ, ਵਿਨੇਬਿਲਟੀ ਵਾਲਾ ਢਾਂਚਾ ਹੈ। ਉਹਨਾਂ ਐਸੇ ਬੰਦੇ ਵੀ ਆਏ ਨੇ, ਤੁਸੀਂ ਸ਼ਾਇਦ ਨਹੀਂ ਹੈ, ਤੁਸੀਂ ਮਾਨਸਾ 'ਚ ਜਾ ਕੇ ਦੇਖਿਓ, ਪੁੱਛਿਓ ਕਿ ਮਾਨਸਾ 'ਚ ਕਿਵੇਂ ਲੋਕ, ਮਾਨਸਾ ਤਾਂ ਇਹਨਾਂ ਦਾ ਬਦਹਾਲ ਏਰੀਆ, ਹਰਸਿਮਰਤ ਹਰ ਵਾਰੀ ਮਾਨਸਾ ਤੇ ਬਠਿੰਡੇ 'ਚ ਲੜਦੀ ਹੈ, ਉੱਥੇ ਲੋਕ ਇੰਨੇ ਭੱਜ ਭੱਜ ਕੇ ਆਏ ਅਤੇ ਇਹ ਸਾਡੇ ਇਕੱਠਾਂ 'ਚ ਆਉਂਦੇ ਰਹੇ। ਇਸ ਕਰਕੇ ਤੁਸੀਂ ਦੇਖੋਗੇ, ਵਕਤ ਦੱਸੇਗਾ। ਤੁਸੀਂ ਤਾਂ ਲੋਕ ਆਸਾਂ 'ਤੇ ਜਿਉਂਦੇ ਆ, ਲੇਕਿਨ ਮੈਂ ਪ੍ਰੈਕਟੀਕਲ ਦੀ ਦੱਸਦਾ, ਜਿੰਨਾ ਚਿਰ ਪ੍ਰੈਕਟੀਕਲ ਨਹੀਂ ਹੁੰਦਾ ਅਸੀਂ ਕੁਝ ਨਹੀਂ ਕਹਿੰਦੇ। ਸਾਡੀ ਕੋਸ਼ਿਸ਼ ਇਹ ਹੈ ਕਿ ਪਾਰਟੀ ਮਜ਼ਬੂਤ ਹੋਵੇ, ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ, ਲੋਕਾਂ ਨੂੰ ਫੈਡਰਲ ਸਿਸਟਮ 'ਚ ਲਿਆ ਕੇ ਬਾਕੀ ਅਪੋਜੀਸ਼ਨ ਪਾਰਟੀਆਂ ਜਿਹੜੀਆਂ ਦੇਸ਼ ਦੀਆਂ ਨੇ, ਰੀਜਨਲ ਪਾਰਟੀਆਂ ਨੇ ਦੇਸ਼ ਦੀਆਂ, ਉਹਨਾਂ ਨੂੰ ਨਾਲ ਲੈ ਕੇ ਸ਼ਾਮਲ ਨਹੀਂ ਹੋਣਗੇ ਅਕਾਲੀ ਦਲ 'ਚ, ਇਹ ਕਲੀਅਰ ਹੈ? ਨਾ ਸਵਾਲ ਹੀ ਮਾਫ ਕਰਨਾ, ਆਮ ਆਦਮੀ ਪਾਰਟੀ ਦਾ ਨਹੀਂ ਜੀ, ਸਵਾਲ ਹੀ ਪੈਦਾ ਨਹੀਂ, ਸਵਾਲ ਹੀ ਪੈਦਾ ਨਹੀਂ ਹੁੰਦਾ। ਬਹੁਤ ਧੰਨਵਾਦ ਢੀਂਡਸਾ ਸਾਹਿਬ ਗੱਲਬਾਤ ਕਰਨ ਵਾਸਤੇ। ਢੀਂਡਸਾ ਸਾਹਿਬ ਨੇ ਅੱਜ ਇਹ ਵੀ ਕਲੀਅਰ ਕੀਤਾ ਕਿ ਆਮ ਆਦਮੀ ਪਾਰਟੀ 'ਚ ਸ਼ਾਮਲ ਨਹੀਂ ਹੋਣਗੇ, ਗੱਠਜੋੜ ਹੋ ਸਕਦਾ ਹੈ, ਗੱਠਜੋੜ ਲਈ ਓਪਨ ਨੇ, ਔਰ ਪੁਰਾਣੇ ਸਮੇਂ ਦੀਆਂ ਬਾਤਾਂ ਵੀ ਕੁਝ ਬਾਦਲ ਸਾਹਿਬ ਦੇ ਨਾਲ ਸੰਬੰਧਿਤ ਵੀ ਉਹਨਾਂ ਨੇ ਅੱਜ ਯਾਦ ਕੀਤੀਆਂ। ਇਸ ਪੇਸ਼ਕਸ਼ 'ਚ ਇਹਨਾਂ ਇਜਾਜ਼ਤ ਦਿਓ। ਧੰਨਵਾਦ।